morning students. बच्चे we started off with coordination chemistry and ਆਪਾਂ कुछ basic terminology coordination ਦੀ कर रहे सी है ना. We'll continue with that basic terminology in this class. ठीक है ना. In the last class we did about कि how do you define central metal atom, coordination number ਕੀ ਹੁੰਦਾ ਉਸਦਾ. ਇੱਕ ਵਾਰ ਫੇਰ ਤੁਹਾਨੂੰ ਮੈਂ ਦੱਸਦਾ ਕਿ ਕੋਆਰਡੀਨੇਸ਼ਨ ਨੰਬਰ ਨੂੰ ਬੇਸਿਕਲੀ ਆਪਾਂ ਲਿਖ ਦਿੰਦੇ ਆ ਕਿ ਦ ਨੰਬਰ ਆਫ ਲਿਗੈਂਡਸ ਕੋਆਰਡੀਨੇਟਡ ਟੂ ਦ ਸੈਂਟਰਲ ਐਟਮ, ਬਟ ਐਕਚੁਅਲ ਕੀ ਹੁੰਦਾ ਹੈ ਕਿ ਸੈਂਟਰਲ ਮੈਟਲ ਐਟਮ ਦੇ ਨਾਲ ਕਿੰਨੇ ਕੋਆਰਡੀਨੇਟ ਬੌਂਡਸ ਬਣਾਏ ਹੋਏ ਆ ਲਿਗੈਂਡਸ ਨੇ. ਠੀਕ ਹੈ ਨਾ. ਦੈਨ ਵੀ ਡਿਡ ਕਿ ਟਾਈਪ ਆਫ ਲਿਗੈਂਡਸ, ਮੋਨੋਡੈਂਟੇਟ, ਬਾਈਡੈਂਟੇਟ, ਟ੍ਰਾਈਡੈਂਟੇਟ ਐਂਡ ਫਾਈਨਲੀ ਵੀ ਡਿਡ EDTA ਜਿਹੜਾ ਕਿ ਹੈਗਜ਼ਾਡੈਂਟੇਟ ਹੈ. ਉਸ ਤੋਂ ਬਾਅਦ ਆਪਾਂ ਨੇ ਐਂਬੀਡੈਂਟੇਡ ਲਿਗੈਂਡਸ ਵੀ ਕੀਤੇ ਸੀ ਕਿ ਜਿਹੜੇ ਦੋ ਜਗ੍ਹਾ ਤੋਂ ਅਟੈਚ ਹੋ ਸਕਦੇ ਆ ਬਟ ਐਟ ਅ ਟਾਈਮ ਇੱਕ ਜਗ੍ਹਾ ਤੋਂ ਹੀ ਅਟੈਚ ਹੋਣਗੇ. ਮਤਲਬ ਦੇ ਹੈਵ ਟੂ ਪੋਸੀਬਲ ਆਪਸ਼ਨਸ ਬਟ ਦੇ ਵਿਲ ਯੂਜ਼ ਈਦਰ ਆਫ them. ਐਂਬੀਡੈਂਟੇਡ ਲਿਗੈਂਡਸ ਤੇ ਉਹਦੇ ਐਗਜ਼ਾਮਪਲਸ ਕੀ ਸੀ? ਲਾਈਕ ਸਾਇਨਾਈਡ ਐਂਡ ਆਈਸੋਸਾਇਨਾਈਡ, ਥਾਇਓਸਾਇਨੇਟ ਐਂਡ ਆਈਸੋਥਾਇਓਸਾਇਨੇਟ, ਨਾਈਟ੍ਰੋ ਐਂਡ ਨਾਈਟ੍ਰਾਈਟ, ਠੀਕ ਹੈ, ਸਾਇਨੇਟ ਐਂਡ ਆਈਸੋਸਾਇਨੇਟ ਐਟਸੈਟਰਾ. ਅੱਜ ਵੀ ਆਪਾਂ ਨੇ ਇੱਕ ਲਿਗੈਂਡਸ ਦੇ ਵਿੱਚ ਟਾਈਪਸ ਆਫ ਲਿਗੈਂਡਸ ਆਪਣੇ ਕੰਪਲੀਟ ਹੋ ਚੁੱਕੇ ਹੈ ਬਟ ਜਸਟ ਇੱਕ ਹੋਰ ਡੈਫੀਨੇਸ਼ਨ ਦੇਖੋ. ਇੱਕ ਬੱਚੇ ਆਪਾਂ ਕਰਦੇ ਹਾਂ ਫਲੈਕਸੀਡੈਂਟੇਟ ਲਿਗੈਂਡਸ. ਫਲੈਕਸੀਡੈਂਟੇਟ ਲਿਗੈਂਡਸ, ਠੀਕ ਹੈ. ਫਲੈਕਸੀਡੈਂਟੇਟ ਲਿਗੈਂਡਸ ਕੀ ਹੁੰਦੇ ਆ ਬੱਚੇ? ਕਿ ਜਿਨ੍ਹਾਂ ਦੀ ਡੈਂਟਿਸਿਟੀ ਆਫ ਕੋਰਸ ਫਿਕਸ ਹੈਗੀ ਹੋਈ ਹੈ. ਜਿਵੇਂ ਆਪਾਂ ਉਸ ਦਿਨ ਕੀਤਾ ਵੀ ਬਹੁਤ ਸਾਰੇ ਲਿਗੈਂਡਸ ਮੋਨੋਡੈਂਟੇਟ ਹੈ, ਡਾਈਡੈਂਟੇਟ ਹੈ, ਟ੍ਰਾਈਡੈਂਟੇਟ ਹੈ, ਹੈਕਸਾਡੈਂਟੇਟ EDTA ਸੀਗਾ, ਠੀਕ ਹੈ. ਬਟ ਜ਼ਰੂਰੀ ਨਹੀਂ ਕਿ ਜਦੋਂ ਉਹ ਮੈਟਲ ਐਟਮ ਦੇ ਨਾਲ ਅਟੈਚ ਹੁੰਦੇ ਨੇ ਉਹ ਆਪਣੀਆਂ ਸਾਰੀਆਂ ਬਾਈਂਡਿੰਗ ਸਾਈਟਸ ਯੂਜ਼ ਕਰਨ. ਕਈ ਲਿਗੈਂਡਸ ਇਹੋ ਜਿਹੇ ਹੁੰਦੇ ਨੇ ਜਿੱਦਾਂ ਕਿ EDTA, ਫੋਰ ਐਗਜ਼ਾਮਪਲ EDTA, ਨੋ ਡਾਊਟ ਇਹਦੇ ਕੋਲ ਕਿੰਨੀਆਂ ਬਾਈਂਡਿੰਗ ਸਾਈਟਸ ਸੀਗੀਆਂ? 6, ਠੀਕ ਹੈ. ਸੋ ਇਟ ਇਜ਼ ਅ hexadentate ligand, but sometimes it also acts as pentadentate, tetradentate. मतलब आपने या तो उन्हें 5 साइड्स यूज कर लिया या 4 साइड्स यूज कर लिया, ठीक है ना. एंड दैट इज व्हाई उन्हें अपन कहते हैं फ्लेक्सीडेंटेट, मतलब फ्लेक्सिबल, ठीक है ना. वो आपकी सारी बाइंडिंग साइड्स यूज नहीं करते. गेटिंग अ पॉइंट, ठीक है. सच लिगेंड्स आर कॉल्ड फ्लेक्सीडेंटेट लिगेंड्स. एक और अपने उस दिन एग्जांपल की थी सल्फेट. अपन को पता है सल्फेट में कुछ दो बाइंडिंग साइड्स होती हैं, दो ऑक्साइड आयंस, है ना, सॉरी दो O नेगेटिव साइड्स, ठीक है. बट कई बार ਉਹ ਦੋ ਵਿੱਚੋਂ ਇੱਕ ਜਗ੍ਹਾ ਤੇ ਬਾਈਂਡ ਹੋ ਜਾਂਦਾ ਹੈ. ਸੋ ਨੋ ਡਾਊਟ ਕਿ ਇਟ ਇਜ਼ ਡਾਈਡੈਂਟੇਟ ਜਾਂ ਬਾਈਡੈਂਟੇਟ, ਬਟ ਇਟ ਕੈਨ ਆਲਸੋ ਐਕਟ ਐਜ਼ ਮੋਨੋਡੈਂਟੇਟ ਲਿਗੈਂਡ. ਸੋ ਬੱਚੇ ਇਦਾਂ ਦੇ ਲਿਗੈਂਡਸ ਜਿਨ੍ਹਾਂ ਕੋਲ ਬਾਈਂਡਿੰਗ ਸਾਈਟਸ ਜਿੰਨੀਆਂ ਮਰਜ਼ੀ ਹੋਣ ਬਟ ਜ਼ਰੂਰੀ ਨਹੀਂ ਕਿ ਉਹ ਹਮੇਸ਼ਾ ਸਾਰੇ ਦੀਆਂ ਸਾਰੀਆਂ ਸਾਈਟਸ ਯੂਜ਼ ਕਰਨਗੇ. They can also act as, अगर hexadentate है, they can act as tetradentate. अगर didentate है, they can act as monodentate. The such type of ligands are called flexidentate ligands. ठीक है ना? थोड़े notes ਵਿੱਚੋਂ ਇਹ term missed है, so ਇਸ ਨੂੰ ਅਲੱਗ ਤੋਂ ਆਪਣੀ short notes ਦੇ ਵਿੱਚ add ਕਰ ਲਿਓ ਬੱਚੇ, ਠੀਕ ਹੈ ਨਾ? Now, clear? So this is what you mean by flexidentate ligands. ਇੱਕ ਚੀਜ਼ ਹੋਰ, ਨਾउ ਨੈਕਸਟ ਇਜ਼ ਕਿ ਕਈ ਲਿਗੈਂਡਸ ਹੁੰਦੇ ਨੇ ਬੱਚੇ ਆਪਾਂ ਉਹਨਾਂ ਨੂੰ ਕਰਦੇ ਆ, ਲਿਗੈਂਡਸ ਨੂੰ ਆਪਾਂ ਕਲਾਸੀਫਾਈ ਕਰਦੇ ਆ ਔਨ ਦ ਬੇਸਿਸ ਆਫ, ligands are classified into 3 types on the basis of mode of acceptance या donation of इलेक्ट्रॉन्स. मोड ऑफ कि किस तरीके नाल वो इलेक्ट्रॉन्स ਨੂੰ डोनेट कर रहे हैं या एक्सेप्ट कर रहे हैं. देखो बच्चे ਹੁਣ ਆਪਾਂ ਨੇ ਲਿਗੈਂਡਸ ਨੂੰ ਆਫ ਕੋਰਸ ਕੀ ਕੀਤਾ ਕਿ ਦੇ ਡੋਨੇਟ ਦ ਇਲੈਕਟ੍ਰॉन्स ਟੂ ਦ ਸੈਂਟਰਲ ਮੈਟਲ ਐਟਮ, ਠੀਕ ਹੈ. ਬਟ ਅਗਰ ਤੁਹਾਨੂੰ ਯਾਦ ਹੋਵੇ ਮੈਂ ਤੁਹਾਨੂੰ ਲਿਗੈਂਡਸ ਦੀ ਡੈਫੀਨੇਸ਼ਨ ਚ ਇਹ ਵੀ ਲਿਖਵਾਇਆ ਸੀ ਕਿ ਲਿਗੈਂਡਸ ਕੈਨ ਆਲਸੋ ਬੀ ਪੋਜ਼ਿਟਿਵਲੀ ਚਾਰਜਡ. ਤਾਂ ਜਿਹੜੇ ਪੋਜ਼ਿਟਿਵਲੀ ਚਾਰਜ ਹੋਣਗੇ ਆਫ ਕੋਰਸ ਉਹ ਇਲੈਕਟ੍ਰॉन्स ਡੋਨੇਟ ਤਾਂ ਕਰਨਗੇ, ਠੀਕ ਹੈ ਨਾ. ਤਾਂ on the basis of mode of
acceptance or donation of electrons, अपने को ਜਿਹੜੇ ligands है they can be sigma donor electrons, ठीक है, sigma donor and pi acceptor, sigma donor ligands, sigma donor and pi acceptor, pi donor and pi acceptor, ठीक है। ये टर्म्स अपन ने बाद में करनियां भी है, ठीक है, बट एक बार जस्ट नोट कर लो। सो ਜਿਹੜੇ ਆਪਾਂ ਲਿਗੈंड्स ਹੁਣ ਤੱਕ ਪੜ ਚੁੱਕੇ, ਠੀਕ ਹੈ, ਲਗਭਗ ਉਹ ਸਾਰੇ ਕੀ ਨੇ, ਜਿਵੇਂ ਕਿ ਜਿਹੜੇ ਮੋਨੋਡੈਂਡਰਾਈਟਸ, ਵਾਟਰ, ਐਮੋਨੀਆ ਐਟਸੈਟਰਾ, ਦੇ ਆਲ ਆਰ ਸਿਗਮਾ ਡੋਨਰਸ। ਇਹ ਆਪਾਂ ਨੇ ਕਿਸ ਦੇ ਬੇਸ ਤੇ ਕਿਹਾ ਹੈ ਕਿ ਦੇਖੋ ਆਪਣੇ ਕੋਲ ਮੈਟਲ ਐਟਮ ਹੈ, ਵਾਟਰ ਨੇ ਆਪਣਾ ਲੋਨ ਪੇਅਰ ਉਸ ਨੂੰ ਡੋਨੇਟ ਕਰਤਾ, ਜਾਂ ਐਮੋਨੀਆ ਨੇ ਆਪਣਾ ਲੋਨ ਪੇਅਰ ਉਸ ਨੂੰ ਡੋਨੇਟ ਕਰਤਾ, ਤਾਂ ਇਹ ਕਿਹੜਾ ਬੌਂਡ ਬਣ ਗਿਆ, ਇੱਕ ਸਿਗਮਾ ਬੌਂਡ। So this is a sigma bond, ठीक है। So इन्हों पर कहने हैं sigma donor ligands, ठीक है। pi donor, sorry, sigma donor and pi acceptor ਦੇ ਵਿੱਚ ਲਿਖੋ ਬੱਚੇ, for example carbon monoxide, NO, cyanide, and this is important ਬੱਚੇ, ਇਹ important ਵੀ ਹੈ ਤੇ ਆਪਾਂ ਇਹਨੂੰ ਡਿਟੇਲ ਚ ਵੀ ਪੜਾਂਗੇ। ਇਹ ਤਾਂ ਦੇਖੋ ਆਪਾਂ ਚੈਪਟਰ ਚ ਪੜ੍ਹ ਹੀ ਰਹੇ ਹਾਂ ਆਲਰੇਡੀ, ਇਸ ਨੂੰ ਆਪਾਂ ਐਂਡ ਵਿੱਚ ਡਿਟੇਲ ਚ ਵੀ ਪੜਾਂਗੇ, ਠੀਕ ਹੈ ਨਾ। ਸਿਗਮਾ ਡੋਨਰ ਐਂਡ ਪਾਈ ਐਕਸੈਪਟਰ, ਇਹਦੇ ਚ ਕੀ ਹੋਏਗਾ ਮੈਂ ਤੁਹਾਨੂੰ ਮੋਟਾ-ਮੋਟਾ ਜਿਹਾ ਦੱਸ ਦਿੰਦਾ ਇੱਕ ਵਾਰ, ਦੇਖੋ ਇਹਦੇ ਸਿਗਮਾ ਡੋਨਰ ਐਂਡ ਪਾਈ ਐਕਸੈਪਟਰ, ਧਿਆਨ ਨਾਲ ਸੁਣੋ, ਇੱਧਰ ਦੇਖੋ। ਸੋ ਲੈਟ ਇਟ ਬੀ, ਦਿਸ ਇਜ਼ ਕਾਰਬਨ ਮੋਨੋਆਕਸਾਈਡ ਜਾਂ ਸਾਇਨਾਈਡ ਜਾਂ ਫਿਰ ਨਾਈਟ੍ਰਿਕ ਆਕਸਾਈਡ, ਕੋਈ ਵੀ ਤਿੰਨਾਂ ਵਿੱਚ ਇੱਕ ਸਪੀਸ਼ੀ ਹੈ। ਹੁਣ ਦੇਖੋ ਕੀ ਹੋਏਗਾ, ਆਫ ਕੋਰਸ ਇਹ ਆਪਣੇ ਫालतू ਦੇ ਇਲੈਕਟ੍ਰॉन्स ਇਸ ਨੂੰ ਡੋਨੇਟ ਕਰਨਗੇ, ਠੀਕ ਹੈ, ਤਾਂ ਆਪਣੇ ਕੋਲ ਇੱਕ ਸਿਗਮਾ ਬੌਂਡ ਬਣ ਗਿਆ। ਹੁਣ ਕੀ ਹੋਏਗਾ ਬੱਚੇ, ਦੇਖੋ ਜੋ ਮੈਟਲ ਐਟਮ ਹੈ, ਠੀਕ ਹੈ, ਜੋ ਮੈਟਲ ਐਟਮ ਹੈ ਉਹਦੇ ਕੋਲ ਜਿਹੜੇ ਫालतू ਦੇ ਇਲੈਕਟ੍ਰॉन्स ਹੈ ਉਹ ਉਸ ਨੂੰ ਡੋਨੇਟ ਕਰ ਦੇਗਾ ਕਾਰਬਨ ਮੋਨੋਆਕਸਾਈਡ ਨੂੰ। पहला सिग्मा बॉन्ड बन गया, दूसरा बॉन्ड की ਹੁੰਦਾ है पाई बॉन्ड। सो एक पाई बॉन्ड डेवलप होगा, ਆਪਾਂ ਇਸ ਨੂੰ ਬੇਸਿਕਲੀ ਆਈ ਸ਼ੋ ਕਰ ਦਿੰਦੇ ਹਾਂ, ਠੀਕ ਹੈ ਨਾ। ਸੋ ਦੇਖੋ ਇਹ ਕਿਵੇਂ ਹੋਇਆ, ਹੁਣ ਦੇਖੋ ਹੁਣ ਤੁਸੀਂ ਕਹੋਗੇ ਕਿ ਸਰ ਵੀ ਇਹਦੇ ਕੋਲ ਫालतू ਦੇ ਇਲੈਕਟ੍ਰॉन ਸੀ, ਇਹਦੇ ਕੋਲ ਐਮਟੀ ਡੀ ਆਰਬਿਟਲ ਸੀ, ਠੀਕ ਹੈ, ਤਾਂ ਹੁਣ ਜਿਹੜੇ ਇਹਦੇ ਕੋਲ ਫालतू ਦੇ ਇਲੈਕਟ੍ਰॉन्स ਪਏ ਆ, ਇਲੈਕਟ੍ਰॉन्स ਤਾਂ ਹੁੰਦੇ ਹੀ ਨੇ ਨਾ ਮੈਟਲ ਕੋਲੇ ਵੀ, ਤਾਂ ਇਹਨੇ ਕਿੱਥੇ ਡੋਨੇਟ ਕੀਤੇ, ਦੇਖੋ ਇਹਦੇ ਧਿਆਨ ਨਾਲ ਸੁਣੋ। मैं जस्ट इधरों एक पोर्शन इरेज कर रहे हैं, आप अगला पोर्शन इरेज कर देते हैं क्योंकि आप कर चुके। सो हम देखो कार्बन मोनोऑक्साइड को टोटल इलेक्ट्रॉन्स कितने हैं बच्चे, 6 + 8 14 इलेक्ट्रॉन्स। याद है अपने +1 केमिकल बॉन्डिंग च कांसेप्ट कीता सी MOT, सब ਨੂੰ याद होगा, ਤੇ वेरी इंपॉर्टेंट कांसेप्ट सी। की फुल फॉर्म ਹੁੰਦੀ है MOT ਦੀ, मॉलिक्यूलर ऑर्बिटल थ्योरी। मॉलिक्यूलर ऑर्बिटल थ्योरी ਦੇ ਅਕੋਰਡਿੰਗ ਇਹਦੀ ਫਿਲਿੰਗ ਕਰੋ ਇਲੈਕਟ੍ਰॉन्स ਦੀ, ਕਿੱਦਾਂ ਹੋਊਗੀ, ਸਿਗਮਾ 1s2 ਸਿਗਮਾ ਸਟਾਰ 1s2, ਯਾਦ ਹੋਊਗਾ ਨਾ, ਇਹ ਬੌਂਡਿੰਗ ਆਰਬਿਟਲ, ਇਹ ਐਂਟੀ ਬੌਂਡਿੰਗ ਆਰਬਿਟਲ, ਸਿਗਮਾ 2s2 ਸਿਗਮਾ ਸਟਾਰ 2s2, ਫਾਈਨ। ਉਸ ਤੋਂ ਬਾਅਦ ਕਿਹਦੀ ਵਾਰੀ ਸੀ ਬੱਚੇ, ਸਿਗਮਾ 2pz2 पाई 2px पाई 2py 2n2, ठीक है। 2 4 6 8 10 ਤੇ 4 14 ਆਪਾਂ ਨੇ ਫਿਲ ਕਰਤੇ, ਇਹ ਇਧਰ ਹੁੰਦਾ ਹੈ ਨਾ, ਠੀਕ ਹੈ। ਹੁਣ ਦੇਖੋ ਜੀ ਉਸ ਤੋਂ ਬਾਅਦ ਆਪਾਂ ਫਿਲ ਕਰਦੇ ਸੀ ਪਾਈ ਸਟਾਰ 2px and 2py, ठीक है। ਹੁਣ ਦੇਖੋ 2 4 6 8 10 14 ਆਪਾਂ ਫਿਲ ਕਰ ਚੁੱਕੇ, ਆਪਣੇ ਕੋਲ 14 ਇਲੈਕਟ੍ਰॉन्स ਹਨ। ਹੁਣ ਤੁਹਾਨੂੰ ਨਹੀਂ ਲੱਗਦਾ ਕਿ ਆਪਾਂ ਨੇ 2p ਦੇ ਸਾਰੇ ਬੌਂਡਿੰਗ ਦਾ ਫਿਲ ਕਰਤੇ, ਐਂਟੀ ਬੌਂਡਿੰਗ ਬੱਚੇ ਸਾਰੇ ਖਾਲੀ ਪਏ ਨੇ, ਦੇਖੋ ਪਾਈ ਵਾਲੇ ਵੀ ਖਾਲੀ ਪਏ ਆ,
इस तो बाद केड़ा हुंदा है सिग्मा स्टार 2pz। सो ये सारे एम्प्टी पे है। सो आपां की कहांगे इधर देखो बच्चे इन्हां दे केस च पहला जिहड़ा लिगेंड है वो अपने लोन पेयर्स ਨੂੰ डोनेट कर देगा मेटल ਦੇ एम्प्टी d ऑर्बिटल च। उस तो बाद जिहड़ा मेटल है वो अपने फालतू ਦੇ इलेक्ट्रॉन्स ਜਿਹੜੇ ਉਹਦੇ ਕੋਲ ਆਲਰੇਡੀ ਪਏ ਹੈ ਉਹ ਡੋਨੇਟ ਕਰ ਦੇਗਾ ਕਾਰਬਨ ਮੋਨੋਆਕਸਾਈਡ ਦੇ ਐਂਟੀ ਬੌਂਡਿੰਗ ऑर्बिटल्स ਜਿਹੜੇ ਕਿ एम्प्टी ਪਏ ਹੈ। ठीक है ना। इस ਨੂੰ ਆਪਾਂ ਕਹਿੰਦੇ हैं सिग्मा डोनर एंड पाई एक्सेप्टर। पहला लिगेंड ने सिग्मा बॉन्ड बना लिया फिर मेटल ने डोनेट करके पाई बॉन्ड बना लिया। ठीक है ना। इन्होंने ਆਪਾਂ दोबारा पढ़ांगे नहीं। ठीक है ना। डिटेल में आऊगा एंड विच चैप्टर दे बट इट इज अ वेरी इंपॉर्टेंट कॉन्सेप्ट ते एवले टाइप ऑफ लिगेंड्स ਨੂੰ ਆਪਾਂ ਨੇ ਚੰਗੀ ਤਰ੍ਹਾਂ ਕਰ ਲੈਣਾ ਹੈ। ठीक है ना। दिस टाइप ऑफ बॉन्डिंग ਜਿਹੜੀ ਆਹ ਵਾਲੀ ਬੌਂਡਿੰਗ ਹੈ ਇਸ ਨੂੰ ਆਪਾਂ ਕਹਿੰਦੇ ਆ एक स्पेशल नेम भी दिंदे हैं। सो ये तुसी नाम नोट कर लो। सो इट इज गिवन द नेम सिनर्जिक बॉन्डिंग। सिनर्जिक बॉन्डिंग सो इट इज गिवन द नेम सिनर्जिक बॉन्डिंग। ठीक है। एंड ਜਿਹੜੇ ਇਹ ਲਿਗेंड्स ਹੈ ਆਪਾਂ ਇਹਨਾਂ ਨੂੰ ਇੱਕ ਹੋਰ ਨੇਮ ਦਿੰਦੇ ਹਾਂ ਇੱਥੇ ਲਿਖ ਦਿੰਦਾ ਮੈਂ they are also known as ਇੱਥੇ ਲਿਖ ਦਿੰਦਾ pi acid ligands। they are also called pi acid ligands। pi acid क्यों कह रहे हैं बच्चे क्योंकि इलेक्ट्रॉन एक्सेप्ट कौन करना ਹੁੰਦਾ है एसिड ਤੇ ਕਿਹਦੇ ਥਰੂ ਕਰ ਰਹੇ ਨੇ pi bond ਦੇ ਥਰੂ। ਸੋ pi acid ligands। ठीक है। सो दिस इज योर सेकंड टाइप ऑफ लिगेंड्स। हुन आ जाओ बच्चे जिथे पाई डोनर एंड पाई एक्सेप्टर इन्हां दी एग्जांपल्स नोट करो पाई डोनर एंड पाई एक्सेप्टर। सो जिन्नियां भी बच्चे अपने कोल आपां ऑर्गेनिक दे विच अनसैचुरेटेड कंपाउंड्स पढ़दे हैं। सो इथीन इथाइन बेंजीन C6H6 बेंजीन कोल भी तीन डबल बॉन्ड्स होंगे ने। सो ये डोनेट भी पाई बॉन्ड के थ्रू करेंगे एंड एक्सेप्ट भी। ठीक है ना। ये भी अपन एंड विच डिटेल जानेंगे। ठीक है ना। सो अपन इतना ज्यादा वो करने की जरूरत नहीं फिलहाल क्योंकि अपन एंड तक आने हैं दोनों। सो देखो फर्स्ट टाइप ऑफ लिगेंड्स ऑन द बेसिस ऑफ कि वो इलेक्ट्रॉन्स किवें एक्सेप्ट करते हैं ते किवें डोनेट करते हैं जिहड़े अपन ने मेन पढ़ने हैं पाई सिग्मा डोनर लिगेंड्स फिर सिग्मा डोनर एंड पाई एक्सेप्टर जेडे अपन ने सिनर्जिक बॉन्डिंग्स पढ़े हैं। उस तो बाद पाई डोनर एंड पाई एक्सेप्टर। ठीक है। सो दीज आर योर थ्री टाइप्स ऑफ लिगेंड्स ऑन द बेसिस ऑफ मोड ऑफ एक्सेप्टेंस या डोनेशन ऑफ इलेक्ट्रॉन्स। ठीक है बच्चे। नाउ एक और टर्म अपन ने क्लियर करनी है। सो लिखो सो राइट डाउन बच्चे नेक्स्ट डेफिनेशंस होमोलैप्टिक। अच्छा हुन लिगेंड्स अपने इथे पूरे हो गए। ठीक है ना। सारियां क्लासिफिकेशंस आपने कर लिया सी। आज जेड़ा बच्चा कुछ है सो मैं दसता। नाउ कम ऑन टू होमोलैप्टिक एंड हेट्रोलैप्टिक कॉम्प्लेक्सेस या कोऑर्डिनेशन कंपाउंड्स। एक होमोलैप्टिक कॉम्प्लेक्स एक हेट्रोलैप्टिक कॉम्प्लेक्स। मैं दो एग्जांपल्स उनके आगे लिख रहे हैं सो वैसे ही देख के पता चल जाएगा। सो पहली एग्जांपल सो अपने को एक कॉम्प्लेक्स लिखा हुआ है बच्चे। ठीक है। दूसरी एग्जांपल डन। ठीक है। हाँ जी होमो का मतलब की होता है बच्चे सेम एंड हेट्रो का मतलब की होता है डिफरेंट। सो आप आगे लिखांगे व्हेन ऑल द सेम लिगेंड्स आर अटैच्ड टू द सेंट्रल मेटल एटम या आयन
then the complex is called homolactic complex. And ਜਦੋਂ different ligands are attached to the central metal atom or ion, then the complex is called heteroleptic complex. Easy, ठीक है? ਜਦੋਂ ਸਾਰੇ same ligands attached है तो homolactic, अगर different ligands attached है तो heteroleptic. ठीक है रवि? Now हो गया रवि ये? Next. सो आप एक टर्म करनी है वेरी इंपॉर्टेंट। अच्छा इसके क्वेश्चन सुनो ਜਿਹੜੇ MCQs बेस्ड क्वेश्चन होंगे उस दे विच आएंगे, ठीक है ना? सो द टर्म इज कॉल्ड इफेक्टिव एटॉमिक नंबर EAN, इफेक्टिव एटॉमिक नंबर EAN। हाँ जी बच्चे, हम इफेक्टिव एटॉमिक नंबर की होता है? देखो बेसिकली एटॉमिक नंबर की होता है, देखो जरा एटॉमिक नंबर की होता है कि अपने कोल कितने इलेक्ट्रॉन्स है। जिवें कि सोडियम दा एटॉमिक नंबर इज 11, ठीक है, ਤਾਂ ਉਹਦੇ ਕੋਲ 11 ਇਲੈਕਟ੍ਰॉन्स है। आयरन ਦਾ एटॉमिक नंबर इज 26, ਤਾਂ ਉਹਦੇ ਕੋਲ 26 ਇਲੈਕਟ੍ਰॉन्स है। ਤਾਂ ਇਫੈਕਟਿਵ एटॉमिक नंबर मींस कि कंपाउंड ਵਿੱਚ ਜਿਹੜੇ ਮੈਟਲ ਦੀ ਗੱਲ ਹੋ ਰਹੀ ਹੈ ਉਹਦੇ ਕੋਲ ਕਿੰਨੇ ਇਲੈਕਟ੍ਰॉन्स है, ठीक है ना? ਸੋ ਕਿਵੇਂ ਕੈਲਕੂਲੇਟ ਹੋਊਗਾ? So EAN is equal to Z minus V plus 2 into C. Z minus V plus 2 into C. Z की है बच्चे उसका actual atomic number, V की है उसकी valency, ठीक है? V की है उसकी वैलेंसी इन द कंपाउंड, वैलेंसी इन द कंपाउंड। वैसे वैलेंसी ना कहो, उसी ऑक्सीडेशन नंबर को, ठीक है ना, जो प्रॉपर टर्म है। C की है उसका कोऑर्डिनेशन नंबर, C की है बच्चे उसका कोऑर्डिनेशन नंबर, ठीक है? सो हुन देखो, लेट इट बी मैं इफेक्टिव एटॉमिक नंबर कैलकुलेट करना है कोबाल्ट का इन द कॉम्प्लेक्स दिस, ठीक है? सो मेरे को एक कॉम्प्लेक्स कंपाउंड है कोबाल्ट एमोनिया 6Cl3। मैं इस दे विच इफेक्टिव एटॉमिक नंबर कैलकुलेट करना है कोबाल्ट का। सो ये फॉर्मूला यूज करके ਆਪਾਂ ਕਿੱਦਾਂ कैलकुलेट करांगे? सो रे ਹੁਣ ਆਪਾਂ ਇਸ ਕੰਪਾਊਂਡ ਚ ਇਸ ਦਾ ਇਫੈਕਟਿਵ ਐਟॉमिक ਨੰਬਰ ਦੇਖੋ ਕਿੱਦਾਂ कैलकुलेट करांगे। सो अपना मेटल एटम इज कोबाल्ट, ठीक है? सो कोबाल्ट ਦਾ एटॉमिक नंबर एक्चुअल ਚ ਕਿੰਨਾ ਹੁੰਦਾ ਹੈ? 27 माइनस ਇੱਥੇ ਦੀ ਆਕਸੀਡੇਸ਼ਨ ਸਟੇਟ ਕਿੰਨੀ ਹੈ ਬੱਚੇ? ਸੋ ਦਿਸ ਇਜ਼ 0, ਕਲੋਰੀਨ ਇਜ਼ -1, ਸੋ ਇਹ ਹੋ ਗਿਆ +3। ਸੋ ਬੱਚੇ ਇਸ ਦੇ ਵਿੱਚੋਂ 3 ਇਲੈਕਟ੍ਰॉन्स ਇਹ ਲੂਜ਼ ਕਰ ਚੁੱਕਿਆ, ਸੋ 3 ਮਾਈਨਸ ਕਰ ਦੋ। ਕੋਆਰਡੀਨੇਸ਼ਨ ਨੰਬਰ ਇੱਥੇ ਕਿੰਨਾ ਬੱਚੇ ਇਸ ਦਾ? 6, ਯਾਨੀ ਕਿ ਇਸ ਨੂੰ ਦੇਖੋ ਇੱਕ ਕੋਆਰਡੀਨੇਟ ਬੌਂਡ ਦੇ ਥਰੂ 2 ਇਲੈਕਟ੍ਰॉन्स ਆਉਂਦੇ ਹੁੰਦੇ ਨੇ। ਸੋ 2 ਇਲੈਕਟ੍ਰॉन्स ਇਹ ਇੱਕ ਐਮੋਨੀਆ ਤੋਂ ਐਕਸੈਪਟ ਕਰ ਰਹੇ ਆ, 6 ਤੋਂ ਕਿੰਨੇ ਐਕਸੈਪਟ ਕਰੇਗਾ? 12 plus 2 into 6. So 27 minus 3, 24 plus 12. So effective atomic number यानी कि इस कंपाउंड ਦੇ ਵਿੱਚ ਕੋਬਾल्ट ਕੋਲ टोटल इलेक्ट्रॉन्स कितने हो गए? 27 प्लस सीगे 3 उसने लूज करते, 12 एक्सेप्ट कर ले, सो टोटल ਉਹਦੇ ਕੋਲ 36 इलेक्ट्रॉन्स हो गए। आई होप द पॉइंट इज क्लियर, ठीक है? एक और एग्जांपल सुनने करवाना है, ठीक है? सो देखो ਆਪਾਂ कॉम्प्लेक्स चेंज करते हैं। लेट इट बी वी आर टॉकिंग अबाउट आयरन हियर, चलो निकल, इथिलीन डायमीन एंड ब्रोमीन, ठीक है? सो अपने को निकल दे नाल 2 इथिलीन डायमीन अटैच्ड है ते 2 ब्रोमीन्स कंपाउंड्स, ठीक है लगे? सो पहला निकल दी इथे अपन ऑक्सीडेशन स्टेट कैलकुलेट करांगे। इथिलीन डायमीन इज 0 -1, सो निकल कितना हो गया बच्चे? +2, ठीक है? हुन आप अपना फार्मूला यूज करांगे
ਸੋ ਨਿਕਲ ਦਾ ਐਕਚੁਅਲ ਐਟੋਮਿਕ ਨੰਬਰ ਕਿੰਨਾ ਹੁੰਦਾ ਬੱਚੇ? ਸੋ ਗਰਾਊਂਡ ਸਟੇਟ ਚ ਨਿਕਲ ਕੋਲ ਕਿੰਨੇ ਇਲੈਕਟ੍ਰॉन ਸੀਗੇ? 28। फाइन, 2 इलेक्ट्रॉन्स उसने लूज करते, ਉਹਦੀ ऑक्सीडेशन स्टेट कितनी है? 2। सो 28 minus 2 प्लस, हाँ जी राजे, 2 into कोऑर्डिनेशन नंबर कितना है? 2 इथिलीन डायमीन्स अटैच्ड है। इथिलीन डायमीन ਦਾ ਬੱਚੇ डेंसिटी कितनी ਸੀਗੀ? 2। सो 2 into 2 4, 4 कोऑर्डिनेट बॉन्ड्स बने हुए हैं। सो 2 into 4, सो 28 minus 2 कितना हो गया? 26 प्लस कितने इलेक्ट्रॉन्स गेन हो गए? 8। सो योर इफेक्टिव एटॉमिक नंबर इज 34। वेरी इंपॉर्टेंट क्वेश्चन बच्चे, फ्रीक्वेंटली आस्क्ड इन कॉम्पिटिटिव एग्जाम्स, ठीक है ना? सुनो मिलेगा ही मिलेगा। अगर पुराने साल के कॉम्पिटिटिव एग्जाम्स के क्वेश्चंस देखोगे सुनो इफेक्टिव एटॉमिक नंबर के क्वेश्चंस मिलणगे, ठीक है ना? क्लियर? सो दिस टॉपिक इज क्लियर। नाउ अगले टॉपिक पे ਆਪਾਂ मूव करते हैं। ਆਪਾਂ पार्शियली गल्ला च वैसे कर ही चुके हैं, ठीक है ना? जस्ट एज अ रिवीजन, ठीक है? सो आ जाओ। So देखो लो, next topic is charge over the complex, कि अपने कॉम्प्लेक्स के ऊपर कितना चार्ज है बच्चे, ठीक है ना? चार्ज ओवर द कॉम्प्लेक्स। ਆਪਾਂ ਨੂੰ ਪਤਾ ਹੈ ਆਪਣਾ ਜਿਹੜਾ ਕੰਪਲੈਕਸ ਹੈ ਉਹ ਕੈਟਾਇਨਿਕ ਵੀ ਹੋ ਸਕਦਾ ਹੈ, एनायनिक भी हो सकता है, न्यूट्रल भी हो सकता है, ठीक है ना? सो ਉਹੀ ਚਾਰਜ ਆਪਾਂ ਨੇ ਕੈਲਕੂਲੇਟ ਕਰਨਾ ਹੈ ਕਿ ਆਪਣੇ ਕੰਪਲੈਕਸ ਦੇ ਉੱਪਰ ਕਿੰਨਾ ਚਾਰਜ ਹੈ, ਤੇ ਉਹ ਆਪਾਂ ਨੂੰ ਕਿਸ ਤੋਂ ਪਤਾ ਲੱਗੇਗਾ? ਕਾਊਂਟਰ ਆਇਨਸ ਤੋਂ। ਲਾਈਕ ਫॉर एग्जांपल देखो, मैं ਤੁਹਾਡੇ ਲਈ ਇੱਕ ਕੰਪਲੈਕਸ ਲਿਖ ਰਿਹਾ ਹਾਂ K2 प्लैटिनम साइनाइड 4। क्लियर बच्चे, ठीक है? सो देखो ये चार्ज ओवर द ਕੰਪਲੈਕਸ ਆਪਾਂ ਨੂੰ ਦੋ ਤਰੀਕੇ ਨਾਲ ਪਤਾ ਲੱਗ ਸਕਦਾ ਹੈ। ਜਾਂ ਤਾਂ ਜੇ ਆਪਾਂ ਨੂੰ ਪਤਾ ਹੋਵੇ ਵੀ ਪਲੈਟੀਨਮ ਦੀ ਵੈਲੈਂਸੀ ਕਿੰਨੀ ਹੈ, ਇਹ ਤਾਂ -1 ਹੁੰਦਾ ਹੈ, ਠੀਕ ਹੈ? ਬਟ ਸਪੋਜ਼ ਆਪਾਂ ਨੂੰ ਪਲੈਟੀਨਮ ਨਹੀਂ ਦਿੱਤਾ, ਕਿਉਂ? ਹੁਣ ਤੁਸੀਂ ਐਂ ਕਿਉਂ ਨਹੀਂ ਲੈ ਸਕਦੇ? ਦੇਖੋ ਬੱਚੇ ਧਿਆਨ ਨਾਲ ਸੁਣੋ। ਸਪੋਜ਼ ਅਗਰ ਇੱਥੇ S ਬਲੌਕ ਐਲੀਮੈਂਟ ਹੁੰਦਾ ਕੋਈ ਕੈਲਸ਼ੀਅਮ, ਫਿਰ ਤਾਂ ਆਪਾਂ ਨੂੰ पोटेशियम की जरूरत ही नहीं सी, ਆਪਾਂ ਇੱਥੇ ਹੀ ਕੈਲਕੂਲੇਟ ਕਰ ਲੈਂਦੇ। ਕਿਉਂ? ਕਿਉਂਕਿ S ਬਲੌਕ ਦੀ ਆਕਸੀਡੇਸ਼ਨ ਸਟੇਟ ਫਿਕਸ ਹੁੰਦੀ ਹੈ। ਕੈਲਸ਼ੀਅਮ ਇਜ਼ ਆਲਵੇਜ਼ +2, A +2 A -4, ਓਵਰਆਲ ਕਿੰਨਾ ਹੋ ਗਿਆ? -2, ਠੀਕ ਹੈ? ਬਟ ਬੱਚੇ ਜਿਹੜੇ D ਬਲੌਕ ਐਲੀਮੈਂਟਸ ਹੁੰਦੇ ਨੇ ਨਾ, ਉਹਨਾਂ ਦੀਆਂ ਆਕਸੀਡੇਸ਼ਨ ਸਟੇਟਸ ਵੇਰੀਏਬਲ ਹੁੰਦੀਆਂ। ਦੇ ਹੈਵ ਵੇਰੀਏਬਲ ਆਕਸੀਡੇਸ਼ਨ ਸਟੇਟਸ, ਤਾਂ ਕਰਕੇ ਉਹਨਾਂ ਦਾ ਜਿਹੜਾ ਚਾਰਜ ਹੈ ਓਵਰ ਦ ਕੰਪਲੈਕਸ, ਉਹ ਆਪਾਂ ਕਾਊਂਟਰ ਆਇਨ ਦੀ ਹੈਲਪ ਦੇ ਨਾਲ ਹੀ ਕੈਲਕੂਲੇਟ ਕਰਦੇ ਹਾਂ। ਆਪਾਂ ਨੂੰ ਜਦੋਂ ਇਹੀ ਨਹੀਂ ਪਤਾ ਕਿ ਪਲੈਟੀਨਮ ਦੀ ਆਕਸੀਡੇਸ਼ਨ ਸਟੇਟ ਇੱਥੇ ਕਿੰਨੀ ਹੈ, ਉਨੀ ਦੇਰ ਤੱਕ ਆਪਾਂ ਇਸ ਨੂੰ ਕੈਲਕੂਲੇਟ ਕਰ ਹੀ ਨਹੀਂ ਸਕਦੇ, ਠੀਕ ਹੈ ਨਾ? ਫॉर एग्जांपल ਚਲੋ ਇੱਕ ਸਿੰਪਲ ਜਿਹਾ ਫੜਦਾ, ਆਪਾਂ ਨੂੰ ਆ ਕੰਪਲੈਕਸ ਦਿੱਤਾ ਹੈ। ਜੇ ਮੈਂ ਇੱਥੇ ਪਲੈਟੀਨਮ ਨੂੰ ਲਵਾਂਗਾ +2, ਫਿਰ ਤਾਂ ਇਹ ਹੋ ਗਿਆ -2, ਕਿਉਂਕਿ ਸਾਇਨਾਈਡ ਇਜ਼ ਆਲਵੇਜ਼ ਆਫ ਕੋਰਸ -2, ਬਟ ਪਲੈਟੀਨਮ ਬੱਚੇ +2 ਦੇ ਨਾਲ +4 ਵੀ ਐਗਜ਼ਿਸਟ ਕਰ ਸਕਦਾ ਹੈ। ਜੇ ਉਹਨੇ +4 ਹੈ ਤੇ -4 ਹੈ, ਫਿਰ ਨਿਊਟਰਲ ਹੋ ਗਿਆ, ਠੀਕ ਹੈ ਨਾ? ਸੋ ਆਪਾਂ ਨੂੰ ਕਾਊਂਟਰ ਆਇਨ ਤੋਂ ਹੀ ਪਤਾ ਲੱਗਦਾ ਹੈ ਕਿ ਇੱਥੇ ਇਸ ਦਾ ਚਾਰਜ ਕਿੰਨਾ ਹੈ, ਠੀਕ ਹੈ ਨਾ? ਸੋ ਹੁਣ ਪੋਟੈਸ਼ੀਅਮ ਕਿੰਨਾ ਸਾਡਾ? +1, ਪੋਟੈਸ਼ੀਅਮ ਇਜ਼ ਆਲਵੇਜ਼ +1, ਇਹ ਓਵਰਆਲ ਕਿੰਨਾ ਹੋ ਗਿਆ? +2, ਸੋ ਯੋਰ ਕੰਪਲੈਕਸ ਇਜ਼ -2। getting a point? So charge over the complex is calculated with the help of counter ions. Example देखो, so देखो let it be we are talking about the complex of iron with cyanide, ਤੇ 6 ਹੀ cyanide है। Done? एक और complex बनाना है, iron cyanide 6। ਹੁਣ ਇੰਨਾ ਤਾਂ ਆਪਾਂ ਨੂੰ ਪਤਾ ਹੈ, ਠੀਕ ਹੈ? ਆਪਾਂ ਪੂਰੀ +1 ਵੀ ਕਰ ਚੁੱਕੇ, +2 ਵੀ ਹਾਫ ਤੇ ਆ ਗਏ। ਆਇਰਨ ਦੀਆਂ ਦੋ ਆਕਸੀਡੇਸ਼ਨ ਸਟੇਟਸ ਹੁੰਦੀਆਂ ਮੇਨਲੀ, ਕਿਹੜੀਆਂ ਬੱਚੇ? +2 ਐਂਡ +3, ਠੀਕ ਹੈ ਨਾ? ਫੈਰਸ ਐਂਡ ਫੈਰਿਕ। ਜਾਂ ਆਇਰਨ +2 ਐਗਜ਼ਿਸਟ ਕਰਦਾ ਹੈ ਤੇ ਜਾਂ ਆਇਰਨ +3 ਐਗਜ਼ਿਸਟ ਕਰਦਾ ਹੈ। ਸੋ ਅਗਰ ਮੈਂ ਬਾਹਰ ਕਾਊਂਟਰ ਆਇਨ ਸੋਡੀਅਮ ਲਗਾਣਾ ਹੋਵੇ, ਠੀਕ ਹੈ? ਤਾਂ ਇੱਥੇ ਬੱਚੇ ਜੇ ਸਪੋਜ਼ ਹੁਣ ਦੇਖੋ ਧਿਆਨ ਨਾਲ, ਜੇ ਤਾਂ ਆਇਰਨ +2 ਹੈ, ਠੀਕ ਹੈ? ਤਾਂ ਕਿੰਨੇ ਸੋਡੀਅਮ ਲੱਗਣਗੇ ਇੱਥੇ? 4। ਕਲੀਅਰ ਕਿ ਨਹੀਂ? ਸੋ ਆਇਰਨ ਹੋ ਗਿਆ +2
+2 ਤੇ -6 ਕਿੰਨਾ ਹੋ ਗਿਆ -4। ਸੋ ਉਹ -4 ਮੈਂ ਸੋਡੀਅਮ ਦੀ ਹੈਲਪ ਨਾਲ ਹੀ ਕੈਲਕੂਲੇਟ ਕਰ ਸਕਦਾ ਕਿਉਂਕਿ ਆਇਰਨ ਤਾਂ ਮੈਨੂੰ ਪਤਾ ਹੀ ਨਹੀਂ ਕਿੰਨਾ ਹੈ, ਕਿਉਂਕਿ ਇੱਥੇ ਮੈਂ ਸੋਡੀਅਮ ਲਵਾਂਗਾ 3 ਕਿਉਂਕਿ ਆਇਰਨ ਕਿੰਨਾ ਹੈ +3। ਸੋ ਯਾਨੀ ਕਿ ਇੱਥੇ ਮੇਰਾ ਚਾਰਜ ਓਵਰ ਦ ਕੰਪਲੈਕਸ ਕਿੰਨਾ ਆ ਗਿਆ -4। ਉਹ ਮੈਨੂੰ ਕਿਵੇਂ ਪਤਾ ਲੱਗਿਆ ਕਿਉਂਕਿ ਸੋਡੀਅਮ ਇਜ਼ ਆਲਵੇਜ਼ +4 ਸੌਰੀ +1। ਸੋ ਇਹ +4 ਹੋ ਗਿਆ, ਇਹ +4 ਹੈ ਤਾਂ ਕੰਪਲੈਕਸ ਕਿੰਨਾ ਹੋ ਗਿਆ -4। ਇੱਥੇ ਸੋਡੀਅਮ 3 ਨੇ ਬੱਚੇ ਤਾਂ ਸੋਡੀਅਮ +3 ਹੋ ਗਿਆ ਤੇ ਕੰਪਲੈਕਸ ਕਿੰਨਾ ਹੋ ਗਿਆ -3। ਸੋ ਦਿਸ ਇਜ਼ ਹਾਊ ਯੂ ਕੈਲਕੂਲੇਟ ਦ ਚਾਰਜ ਓਵਰ ਦ ਕੰਪਲੈਕਸ। ਆਪਾਂ ਇੱਕ ਦੋ ਐਗਜ਼ਾਮਪਲਸ ਨੈਗੇਟਿਵ ਵੀ ਲੈ ਲੈਂਦੇ ਆ। ਇੱਧਰ ਦੇਖੋ ਬੱਚੇ ਹੁਣ ਸੋ ਇਹ एनायनिक ਕੰਪਲੈਕਸਸ ਹੈ। ਹੁਣ ਦੇਖੋ ਆਪਾਂ केटायनिक ਕੰਪਲੈਕਸ ਬਣਾ ਰਹੇ ਹਾਂ। सिमिलरली अगर मेरे को कोबाल्ट ਦੇ ਨਾਲ एमोनिया अटैच्ड है 6 मॉलिक्यूल्स, ठीक है। एक होल मॉलिक्यूल में ले रहे हैं सेम कोबाल्ट एंड अगेन इथे मेरे को 6 एमोनिया अटैच्ड है। फाइन, क्लियर हो जाए। हुण देखो सो कोबाल्ट ਨੂੰ ਵੀ अगेन मैं इसी तरह दो ऑक्सीडेशन स्टेट्स लेके चल रहे हैं +2 एंड +3, ठीक है। अगर सपोज इथे कोबाल्ट +3 है तो इथे बाहर 3 Cl लगे हुए हैं, ठीक है। Cl कितना होता बच्चे -1। सो -1 × 3 -3 हो गया। सो अपना कॉम्प्लेक्स कितना हो गया +3। क्लियर। सपोज इथे एक सल्फेट लगे बच्चे SO4। सल्फेट की वैलेंसी कितनी होती है -2। सो अगर सल्फेट -2 है तो कॉम्प्लेक्स कितना हो गया +2। क्लियर। सो दिस इज हाउ यू कैलकुलेट द चार्ज ओवर आर कॉम्प्लेक्स। अपने कॉम्प्लेक्स के ऊपर चार्ज का आपां नूं कित्थों पता चलता है बच्चे फ्रॉम द काउंटर आयंस। आपां डायरेक्टली कैलकुलेट नहीं कर सकते। द रीजन बीइंग कि जिहड़ा अपना कॉम्प्लेक्स है, ठीक है, ਉਹਦੇ ਵਿੱਚ ਜਿਹੜਾ ਮੈਟਲ ਐਟਮ ਹੈ ਉਹਦੀ ਵੈਲੈਂਸੀ ਫਿਕਸ ਨਹੀਂ ਹੁੰਦੀ। ਫॉर एग्जांपल देखो अगर मैं ਤੁਹਾਨੂੰ ਕਹਾਂ सो अगर मैं ਤੁਹਾਨੂੰ ਕਹਾਂ बच्चे कि लेट इट बी मेरे पास प्लैटिनम वाटर 4 है, डन, ठीक है। दसो इसका ओवरऑल चार्ज कितना हो। ये बच्चे तुसी कदे भी नहीं दस सकते, ठीक है ना, क्योंकि जेड़ा इथे प्लैटिनम है इट हैज वेरिएबल ऑक्सीडेशन स्टेट्स। नो डाउट कि प्लैटिनम दी मोस्ट कॉमन ऑक्सीडेशन स्टेट +2 है, तो जे +2 है तो ये +2 होगा क्योंकि वाटर न्यूट्रल है। पर जे ये +3 है तो ये +3 होगा, जे ये +4 है तो ये +4 होगा। सो आपां नूं कदे भी इस कॉम्प्लेक्स दा ओवरऑल चार्ज पता नहीं लग सकता अगर जिन्नी देर तक आपां नूं प्लैटिनम दी ऑक्सीडेशन स्टेट नहीं पता, क्योंकि जेडे D एंड F ब्लॉक एलिमेंट्स होंदे ने दे हैव वेरिएबल ऑक्सीडेशन स्टेट्स। उन्हां दी ऑक्सीडेशन स्टेट्स बच्चे फिक्स नहीं हुंदियां, ठीक है ना। इस पॉइंट नूं आपां नेक्स्ट चैप्टर अपना D एंड F ब्लॉक ਉਹਦੇ ਵਿੱਚ डिटेल च भी करांगे, बट इन्ना ਤਾਂ ਆਪਾਂ ਨੂੰ पीरियोडिक टेबल ਦੇ टाइम ਤੇ पता है कि D ब्लॉक एलिमेंट्स हैव वेरिएबल ऑक्सीडेशन स्टेट्स। ਤਾਂ ਕਰਕੇ ਜਿਹੜਾ चार्ज ओवर द कॉम्प्लेक्स है that can be calculated only from the counter ions। done, ठीक है कि नहीं। एक लास्ट एग्जांपल देखो इस चीज की। हुण देखो नाउ लेट इट बी ਆਪਾਂ ਨੂੰ ਇੱਕ ਐਦਾਂ ਦਾ ਕੰਪਲੈਕਸ ਹੁੰਦਾ। ਦੇਖੋ ਬੱਚੇ ਹੁਣ ਧਿਆਨ ਨਾਲ ਸੁਣੋ। ਨਾਰਮਲੀ ਬੱਚੇ ਇਹਨਾਂ ਚੀਜ਼ਾਂ 'ਚ ਕਨਫਿਊਜ਼ ਹੋ ਜਾਂਦੇ ਆ ਕਈ ਵਾਰ। ਦੇਖੋ ਫੰਡਾ ਉਹੀ ਹੈ ਆਪਣਾ ਜੋ ਆਪਾਂ ਆਇਓਨਿਕ ਬੌਂਡਸ ਵਾਲੇ ਕੈਰੀ ਕਰਦੇ ਆ। ਦੇਖੋ ਹੁਣ ਲੈਟ ਇਟ ਬੀ ਸਾਨੂੰ ਕੰਪਲੈਕਸ ਐਦਾਂ ਦਾ ਦਿੱਤਾ ਹੈ कोबाल्ट एमोनिया 6 होल ट्वाइस, ठीक है। बाहर है बच्चे सल्फेट होल्ड थ्राइस। हुण तुसीं दस सकते हो कि इस कॉम्प्लेक्स के ऊपर कितना चार्ज है बच्चे, दस सकते हो, ठीक है। कितना चार्ज होगा इसके ऊपर, ठीक है। कैलकुलेट करो अपने आप। देखो हम सल्फेट कितना होता है बच्चे -2 -2 × 3 इज -6। यानी कि जेड़ा पूरा का पूरा मेरा कॉम्प्लेक्स है ਉਹਦੇ ਉੱਪਰ +6 चार्ज हो गया ਤੇ ਜਿਹੜੀ ਇਹ ਐਂਟੀਟੀ ਹੈ ਮੈਂ ਕਿੰਨੀਆਂ ਲੱਤੀਆਂ ਨੇ 2, यानी कि एक एंटिटी ਦਾ चार्ज कितना होया +3।
ਸੋ ਸੇਮ ਲੌਜਿਕਸ ਹੈ ਜਿਹੜੇ ਆਪਾਂ ਆਇਓਨਿਕ ਬੌਂਡਸ ਵਾਲੇ ਚੈੱਕ ਕਰਦੇ ਹਾਂ। ਦੇਖੋ ਜੇ ਸਪੋਜ਼ ਮੇਰੇ ਕੋਲ ਐਲੂਮੀਨੀਅਮ +3 ਠੀਕ ਹੈ ਤੇ ਆਕਸੀਜਨ -2 ਦੇ ਵਿੱਚ ਬੌਂਡ ਬਣਨਾ ਹੈ ਤਾਂ ਉਹਦਾ ਫਾਰਮੂਲਾ ਕੀ ਹੋਊਗਾ Al2O3। ਆਪਾਂ ਕ੍ਰਾਸ ਮਲਟੀਪਲਾਈ ਨਾਲ ਲਾਈਨ ਬਣਾਉਂਦੇ ਹੁੰਦੇ ਨਾ, ਐਲੂਮੀਨੀਅਮ ਦੇ ਅੱਗੇ ਉਹਦੀ ਵੈਲੈਂਸੀ ਲਗਾਤੀ, ਆਕਸੀਜਨ ਦੇ ਨੀਚੇ ਐਲੂਮੀਨੀਅਮ ਦੀ ਵੈਲੈਂਸੀ ਲਗਾਤੀ Al2O3। ਤਾਂ ਦੇਖੋ +3 ਵਾਲੇ 2 -2 ਵਾਲੇ 3 ਤੇ ਆਪਣੇ ਕੋਲ +3 * 2 +6 -2 * 3 -6। So same logic. So this is how you calculate the charge over the complex with the help of counter ions. इसी टॉपिक ਨੂੰ ਆਪਾਂ ਅੱਗੇ ਵਧਾਵਾਂਗੇ in the form of, so ਦੇਖੋ our next topic is calculation of oxidation number of central metal atom या ion। ठीक है, सो ये भी उसी का हिस्सा है कि ਆਪਾਂ सेंट्रल मेटल एटम या आयन ਦਾ ऑक्सीडेशन नंबर या उसकी ऑक्सीडेशन स्टेट किद्दां कैलकुलेट करांगे। ठीक है ना। सो बच्चे देखो हुण ਆਪਾਂ ने सेंट्रल मेटल एटम ਦੀ ऑक्सीडेशन स्टेट कैलकुलेट करनी है। ठीक है ना, मतलब हुण देखो अपने को लिगेंड्स ते काउंटर आयंस ਨੂੰ ਛੱਡ ਕੇ ਸਿਰਫ ਇੱਕ सेंट्रल मेटल एटम है ਜਿਹਦਾ ऑक्सीडेशन स्टेट या वैलेंसी वेरी करदी है। हर एक लिगेंड ਦਾ ਚਾਰਜ ਵੀ ਆਪਾਂ ਨੂੰ ਪਤਾ ਹੈ ਫਿਕਸ ਹੋਊਗਾ। ਦੇਖੋ ਜਿਵੇਂ ਸਲਫੇਟ ਹੈ ਤਾਂ ਇਟ ਵਿਲ ਆਲਵੇਜ਼ ਬੀ -2। ਠੀਕ ਹੈ, क्लोराइड ब्रोमाइड आयोडाइड -1 होंगे, पोटेशियम कैल्शियम पोटेशियम +1 होगा, कैल्शियम +2 होगा। तो उन्हां दी हेल्प नाल आपां ने सेंट्रल मेटल एटम दा चार्ज कैलकुलेट करना हुंदा है। किद्दां बच्चे देखो, लेट इट बी आपां दो पैरेलल एग्जांपल्स लेके चल रहे हैं। FeCN6, सो आपां नूं गिवन है K4, दूसरा आपां नूं गिवन है K3, FeCN6। क्लियर। सो हुण आपां सेंट्रल मेटल देखो बच्चे जिवें आपां +1 रिडॉक्स रिएक्शंस दे विच ऑक्सीडेशन स्टेट कैलकुलेट करदे सी उसे डिटो उसे वे नाल कैलकुलेट करना है। देखो किवें, सो पोटेशियम आपां नूं पता है फिक्स हुंदा है, सो +1 * 4 प्लस आयरन नूं x ले लो बच्चे x प्लस साइनाइड -1 ਹੁੰਦਾ ਹੈ, सो -1 * 6 टोटल कितना आ गया बच्चे 0। क्लियर। ठीक है, सो इथों x की वैल्यू कितनी आ गई, दिस इंप्लाइज x = कितना आ गया +2। सो दिस इज द ऑक्सीडेशन स्टेट ऑफ आयरन इन दिस कॉम्प्लेक्स। ठीक है, हुन नीचे वाले देखो सेम +1 * 3 ये पोटेशियम दे लिखता अपन ने, आयरन ਨੂੰ ਆਪਾਂ x मान लो, प्लस -1 * 6 = 0। so this implies x ਇੱਥੇ ਕਿੰਨਾ ਆ ਜਾਊਗਾ ਬੱਚੇ +3। ਠੀਕ ਹੈ ਨਾ। ਸੋ ਕਾਊਂਟਰ ਆਇਨਸ ਐਂਡ ਲਿਗੈਂਡਸ ਦੇ ਚਾਰਜ ਦੇ ਉੱਪਰ ਆਪਣਾ ਸੈਂਟਰਲ ਮੈਟਲ ਐਟਮ ਦਾ ਚਾਰਜ ਡਿਪੈਂਡ ਕਰੂਗਾ। ਠੀਕ ਹੈ, ਹੁਣ ਦੇਖੋ ਬੱਚੇ ਜਿਹੜਾ ਕਾਊਂਟਰ ਆਇਨਸ ਹੈ ਅਗਰ ਉਹ ਇੱਥੇ ਨਾ ਵੀ ਮੈਂਸ਼ਨ ਹੁੰਦੇ ਫਿਰ ਵੀ ਕੋਈ ਫਰਕ ਨਹੀਂ ਪੈਣ ਲੱਗਿਆ ਸੀ। ਫਿਰ ਕੀ ਲਿਖਿਆ ਹੁੰਦਾ ਇੱਧਰ ਦੇਖੋ, क्लियर है। ਹੁਣ ਜੇ ਸਪੋਜ਼ ਤੁਸੀਂ ਇੱਥੇ ਪੋਟੈਸ਼ੀਅਮ ਨਹੀਂ ਵੀ ਮੈਂਸ਼ਨ ਕਰਨੇ ਤਾਂ ਫਿਰ ਆਪਣਾ ਕੀ ਹੁੰਦਾ, ਇੱਥੋਂ K4 ਦੀ ਬਜਾਏ ਇੱਥੇ ਕੀ ਲਿਖਿਆ ਹੁੰਦਾ -4, ਇੱਥੇ K3 ਦੀ ਬਜਾਏ ਲਿਖਿਆ ਹੁੰਦਾ -3। ਆਪਣੀ ਸਟੇਟਮੈਂਟ 'ਚ ਕੀ ਚੇਂਜ ਆ ਜਾਂਦਾ, ਇਹ ਗਿਵਨ ਨਹੀਂ ਹੈਗਾ, ਇਹ ਵੀ ਗਿਵਨ ਨਹੀਂ ਹੈਗਾ। ਆਪਾਂ ਕੀ ਲਿਖਦੇ x -1 * 6 = ओवरऑल चार्ज कितना है -4, ਇੱਥੇ कितना है -3। ठीक है, अपने को x की वैल्यू सेम आ जाएगी +2 एंड +3। फाइन इनफ। ठीक है, दिस इज हाउ टू कैलकुलेट द ऑक्सीडेशन नंबर ऑफ द सेंट्रल मेटल एटम या आयन। आप एक दो एग्जांपल्स और करते हैं। देखो so write down the next example। so suppose ਆਪਾਂ ਨੂੰ given है निकल टेट्रा कार्बोनाइल, दैट्स इट। ठीक है, एक ਆਪਾਂ ਨੂੰ गिवन है बच्चे कोबाल्ट
cyanide whole twice Br2, ठीक है. Another is platinum ammonia twice Cl2, ठीक है. सो इत्थे ਆਪਾਂ ਨੇ ਆਕਸੀਡੇਸ਼ਨ ਸਟੇਟਸ ਕੈਲਕੂਲੇਟ ਕਰਨੀ ਹੈ ਜਿਹੜੇ ਆਪਾਂ ਨੂੰ ਕੰਪਲੈਕਸ ਉੱਤੇ ਬੱਚੇ ਦੇਖੋ ਧਿਆਨ ਨਾਲ ਸਾਰੇ ਨਿਊਟਰਲ ਕੰਪਲੈਕਸਸ ਹੈਗੇ, ਠੀਕ ਹੈ ਨਾ. ਸੋ ਦੇਖੋ ਇੱਥੇ ਆਪਾਂ ਕਿਵੇਂ ਕਰਾਂਗੇ, ਨਿਕਲ ਨੂੰ ਆਪਾਂ ਨੇ x ਲੈ ਲਿਆ, ਸੋ ਨਿਕਲ ਇਜ਼ x, ਠੀਕ ਹੈ, प्लस कार्बन मोनोऑक्साइड बच्चे एक न्यूट्रल लिगेंड है, 0 इज इक्वल टू 0. सो ਇੱਥੇ ਬੱਚੇ ਆਪਣੇ ਕੋਲ ਨਿਕਲ ਦੀ ਆਕਸੀਡੇਸ਼ਨ ਸਟੇਟ ਕਿੰਨੀ ਹੈ, 0. ਨਿਕਲ ਇੱਥੇ ਨਿਊਟਰਲ ਹੈ, ਠੀਕ ਹੈ. ਸੈਕੰਡ ਤੇ ਆਪਾਂ ਨੇ ਕੋਬਾਲਟ ਨੂੰ x ਮੰਨ ਲਿਆ, ਪਲੱਸ ਸਾਇਨਾਈਡ -1 * 2 ਪਲੱਸ ਬ੍ਰੋਮੀਨ ਵੀ ਬੱਚੇ -1 * 2 ਇਜ਼ ਇਕੁਅਲ ਟੂ 0. ਸੋ ਇੱਥੇ ਕੋਬਾਲਟ ਦੀ ਆਕਸੀਡੇਸ਼ਨ ਸਟੇਟ ਆਪਣੇ ਕੋਲ ਕਿੰਨੀ ਆ ਗਈ ਰਜੇ, +4. ਫਾਈਨ. ਨੈਕਸਟ ਤੇ ਆਓ, प्लैटिनम ਨੂੰ x ਲੈ ਲਿਆ ਆਪਾਂ ਨੇ, ਐਮੋਨੀਆ ਨਿਊਟਰਲ ਹੁੰਦਾ ਬੱਚੇ, ਕਲੋਰੀਨ ਇਜ਼ -1 into 2 is equal to 0. ਇੱਥੇ ਆਪਣੇ ਕੋਲ platinum ਦੀ ਆਕਸੀਡੇਸ਼ਨ ਸਟੇਟ ਆ ਗਈ +2. I hope this is clear. ਠੀਕ ਹੈ. ਸੋ ਆਪਾਂ ਨੂੰ ਇਦਾਂ ਦੇ ਈਜ਼ੀ ਜੇ ਕੁਐਸਚਨਸ ਵੀ ਆਣਗੇ, ਠੀਕ ਹੈ ਨਾ. ਐਂਡ ਮੋਰ ਓਵਰ ਜੋ ਆਪਾਂ ਨੇ ਫਰਦਰ ਟੌਪਿਕਸ ਕਰਨੇ ਨੇ ਉਹਨਾਂ ਵਿੱਚ ਆਪਣਾ ਸਟਾਰਟਿੰਗ ਪੁਆਇੰਟ ਹੀ ਕੀ ਹੁੰਦਾ ਹੈ ਕਿ ਆਪਾਂ ਨੇ ਮੈਟਲ ਦੇ ਆਕਸੀਡੇਸ਼ਨ ਨੰਬਰ ਨੂੰ ਕੈਲਕੂਲੇਟ ਕਰਕੇ ਹੀ ਅੱਗੇ ਵਧਣਾ ਹੁੰਦਾ, ਠੀਕ ਹੈ ਨਾ. ਸੋ ਦਿਸ ਇਜ਼ ਹਾਊ ਯੂ ਕੈਲਕੂਲੇਟ ਦ ਆਕਸੀਡੇਸ਼ਨ ਸਟੇਟ ਆਫ ਦ ਮੈਟਲ, ਠੀਕ ਹੈ. ਆਪਾਂ ਇੱਕ ਹੋਰ ਕੰਪਲੈਕਸ ਜੀ ਐਗਜ਼ਾਮਪਲ ਕਰਦੇ ਹਾਂ. ਸੋ ਬੱਚੇ ਦੇਖੋ ਆਪਣੀ ਐਗਜ਼ਾਮਪਲ ਇਜ਼ Fe ammonia 4 ਸਾਰੇ ਕੰਪਲੈਕਸ ਦਾ ਹੋਲ ਥ੍ਰਾਈਸ ਤੇ ਫਾਸਫੇਟ ਹੋਲ ਟਵਾਈਸ. ਹੁਣ ਆਪਾਂ ਇਸ ਨੂੰ ਦੋ ਤਰੀਕੇ ਨਾਲ ਕਰ ਸਕਦੇ ਹਾਂ, ਜਾਂ ਤਾਂ ਦੋਨਾਂ ਨੂੰ ਅਲੱਗ-ਅਲੱਗ ਤੋੜ ਕੇ ਲਿਖ ਲਓ. ਕਿੱਦਾਂ ਦੇਖੋ, ਫਾਸਫੇਟ ਦਾ ਓਵਰਆਲ ਚਾਰਜ ਹੁੰਦਾ -3 -3 * 2 is -6. ਕੰਪਲੈਕਸ ਹੋ ਗਿਆ +6. ਜਦੋਂ ਬੱਚੇ ਇਹ +6 ਹੈ ਤਾਂ ਟੋਟਲ 3 ਨੇ, ਤਾਂ ਇੱਕ ਕੰਪਲੈਕਸ ਦਾ ਚਾਰਜ ਕਿੰਨਾ ਹੋ ਗਿਆ, +2. ਸੋ +2 * 3 is +6 -3 * 2 is -6. ਜਦੋਂ ਮੈਂ ਇਸ ਸਪੀਸ਼ੀ ਨੂੰ ਪਾਣੀ 'ਚ ਪਾਉਂਗਾ, ਠੀਕ ਹੈ ਨਾ, ਜਦੋਂ ਇਹ ਬ੍ਰੇਕਡਾਊਨ ਹੋਊਗੀ ਤਾਂ ਆਪਾਂ ਨੂੰ ਕੀ ਦੇਊਗੀ, 3 moles of iron ammonia 4 +2 plus 2 moles of phosphate. Clear? ਹੁਣ ਆਪਾਂ ਇੱਥੋਂ ਆਪਣਾ ਕੰਪਲੈਕਸ ਦੇ ਵਿੱਚ ਆਇਰਨ ਦਾ ਚਾਰਜ ਕੈਲਕੂਲੇਟ ਕਰਾਂਗੇ. ਕਿੱਦਾਂ, x + 0 is equal to +2. ਤਾਂ ਬੱਚੇ x ਕਿੰਨਾ ਹੋ ਗਿਆ, +2. ਸੋ ਆਇਰਨ ਦਾ ਚਾਰਜ ਇੱਥੇ +2 ਆ ਗਿਆ. ਕਲੀਅਰ. ਨਾਓ ਹੁਣ ਜੇ ਆਪਾਂ ਨੇ ਇੱਥੋਂ ਡਾਇਰੈਕਟ ਕੈਲਕੂਲੇਟ ਕਰਨਾ ਹੈ, ਉਹ ਆਪਾਂ ਉਦਾਂ ਵੀ ਕਰ ਸਕਦੇ ਹਾਂ. ਕਿੱਦਾਂ ਬੱਚੇ ਦੇਖੋ, ਸੋ ਦੇਖੋ ਆਇਰਨ ਕਿੰਨੇ ਹੋ ਗਏ ਆਪਣੇ ਕੋਲ, ਟੋਟਲ 3. ਸੋ ਆਪਾਂ ਨੇ 3x ਲੈ ਲਿਆ. ਐਮੋਨੀਆ ਤਾਂ ਨਿਊਟਰਲ ਹੀ ਹੈ, ਟੋਟਲ ਐਮੋਨੀਆ ਕਿੰਨੇ ਹੋ ਗਏ, 12 zeros are of course 0 plus phosphate कितना है -3 into 2. so -3 into 2 overall कितना आ गया 0. so 3x is equal to +6. x is equal to कितना आ गया बच्चे, +2. ठीक है. so ਆਪਾਂ ਐਡਾ ਵੀ ਚਾਰਜ ਓਵਰ ਦ ਸੈਂਟਰਲ ਮੈਟਲ ਐਟਮ ਕੈਲਕੂਲੇਟ ਕਰ ਸਕਦੇ ਹਾਂ. I hope this is easy enough. ठीक है. so once again I would like to repeat कि ਆਪਾਂ ਨੇ ਬੱਚੇ ਸਟਾਰਟਿੰਗ ਦੇ ਵਿੱਚ ਲਿਗੈਂਡਸ ਪੂਰੇ ਕੀਤੇ, ਫਲੈਕਸੀਡੈਂਟਡ ਲਿਗੈਂਡਸ, ਐਂਡ ਉਸ ਤੋਂ ਬਾਅਦ ਔਨ ਦ ਬੇਸਿਸ ਆਫ ਡੋਨੇਸ਼ਨ ਐਂਡ ਐਕਸੈਪਟੈਂਸ ਆਫ ਇਲੈਕਟ੍ਰॉन्स, ਠੀਕ ਹੈ ਨਾ, ਸਿਗਮਾ ਡੋਨਰ ਕੰਪਲੈਕਸਸ, ਸੌਰੀ ਸਿਗਮਾ ਡੋਨਰ ਲਿਗੈਂਡਸ, ਸਿਗਮਾ ਡੋਨਰ ਐਂਡ ਪਾਈ ਐਕਸੈਪਟਰ, ਪਾਈ ਡੋਨਰ ਐਂਡ ਪਾਈ ਐਕਸੈਪਟਰ. ਠੀਕ ਹੈ. ਫਿਰ ਆਪਾਂ ਨੇ ਕੀਤਾ ਸੀ ਹੋਮੋਲੈਪਟਿਕ ਐਂਡ ਹੈਟਰੋਲੈਪਟਿਕ ਕੰਪਲੈਕਸਸ. then we did charge over the complex, and finally we did oxidation number of the central metal atom या ion. so with this अपनियां सारियां basic terminologies पूरियां हो गईयां बच्चे. ठीक है ना. ਆਪਾਂ ਨੇ ਸਿਰਫ basic terms ਨੂੰ introduce ਕਰਨ ਤੇ 3 lectures ਲਗਾਤੇ. ਠੀਕ ਹੈ ਨਾ. basically ਇਹ 3 lectures ਇੱਕ lecture ਚ ਵੀ wind up ਹੋ ਸਕਦੇ ਨੇ, but why I am going slow and steady is, ठीक है,
कि अगेन आई रिपीट कि ਜਿਹੜਾ ਇਹ ਚੈप्टर है ਇਹ ਬਾਕੀ ਕੈਮਿਸਟਰੀ ਤੋਂ ਟੋਟਲੀ ਅਲੱਗ ਹੈ, ਠੀਕ ਹੈ ਨਾ। ਇਹਦੇ ਵਿੱਚ ਨਵੀਆਂ ਟਰਮੀਨੋਲੋਜੀਜ਼ ਹੈ, ਨਵੇਂ ਮੈਥਡਸ ਹੈ ਐਂਡ ਨਵੇਂ ਲੌਜਿਕਸ ਹੈ, ਨਵੇਂ ਕਨਸੈਪਟਸ ਹੈ, ਠੀਕ ਹੈ ਨਾ। ਤਾਂ ਕਰਕੇ ਉਹਦੇ ਵਿੱਚ ਕਨਫਿਊਜ਼ ਨਹੀਂ ਹੋਣਾ। ਹੁਣ ਕੱਲ ਆਪਾਂ ਨੇ ਇਸ ਚੈप्टर ਦਾ ਮੇਜਰ ਪਾਰਟ ਸਟਾਰਟ ਕਰਨਾ ਹੈ, यानी कि नोमेनक्लेचर ते आइसोमेरिज्म ऑफ कोऑर्डिनेशन कंपाउंड्स। ऐदा ही आपां हौली हौली 2-3 ਲੈਕਚਰਸ ਦੇ ਵਿੱਚ ਪਹਿਲਾਂ नोमेनक्लेचर ऑफ कोऑर्डिनेशन कंपाउंड्स ਕਰਾਂਗੇ। ਵੈਰੀ 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 ਇੰਪੋਰਟੈਂਟ। ਉਸ ਦੇ ਲਈ ਆਪਾਂ ਨੂੰ ਲਿਗੈਂਡਸ ਦੇ ਚਾਰजेस ਚੰਗੀ ਤਰ੍ਹਾਂ ਲਰਨ ਹੋਣੇ ਚਾਹੀਦੇ ਨੇ। ਦੇਖੋ ਇੰਨਾ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਕਿ ਜਿੰਨੀ ਦੇਰ ਤੱਕ ਤੁਹਾਨੂੰ ਸਾਰੇ ਲਿਗੈਂਡਸ ਦੇ ਚਾਰजेस ਨਹੀਂ ਚੰਗੀ ਤਰ੍ਹਾਂ ਲਰਨਡ ਹੋਣੇ ਉਨੀ ਦੇਰ ਤੱਕ ਆਪਾਂ ਸੈਂਟਰਲ ਮੈਟਲ ਐਟਮ ਦੀ ਆਕਸੀਡੇਸ਼ਨ ਸਟੇਟ ਕੈਲਕੂਲੇਟ ਕਰ ਨਹੀਂ ਸਕਦੇ, ਠੀਕ ਹੈ ਨਾ। ਦੇਖੋ ਆਪਾਂ ਹੁਣ ਤੱਕ ਜਿੰਨੀਆਂ ਐਗਜ਼ਾਮਪਲਸ ਕੀਤੀਆਂ ਉਹਦੇ ਵਿੱਚ ਤਾਂ ਆਪਾਂ ਨੇ ਥੋੜੇ ਬਹੁਤ ਲਿਗੈਂਡਸ ਇੰਟਰੋਡਿਊਸ ਕੀਤੇ ਆ, ਵਾਟਰ, ਸਾਇਨਾਈਡ, ਐਮੋਨੀਆ, ਕਲੋਰਾਈਡ, ਬ੍ਰੋਮਾਈਡ, ਠੀਕ ਹੈ। ਬਟ ਆਪਣੇ ਕੋਲ ਬਹੁਤ ਸਾਰੇ ਹੋਰ ਵੀ ਲਿਗੈਂਡਸ ਆ ਬੱਚੇ, ਠੀਕ ਹੈ ਨਾ। ਇਥਿਲੀਨ ਡਾਇਮੀਨ, ਆਕਜ਼ੇਲੇਟ, ਗਲਾਈਸਿਨੇਟ, ਉਹਨਾਂ ਸਾਰਿਆਂ ਦੇ ਚਾਰजेस ਅਗਰ ਲਰਨਡ ਹੋਣਗੇ ਫਿਰ ਹੀ ਆਪਾਂ ਸੈਂਟਰਲ ਮੈਟਲ ਐਟਮ ਦੀ ਆਕਸੀਡੇਸ਼ਨ ਸਟੇਟ ਕੈਲਕੂਲੇਟ ਕਰ ਸਕਦੇ ਹਾਂ, ਠੀਕ ਹੈ। ਸੋ ਇਹ ਚਾਰजेस ਨੂੰ ਲਰਨ ਕਰਨਾ ਤੇ ਲਿਗੈਂਡਸ ਨੂੰ ਲਰਨ ਕਰਨਾ ਇਜ਼ ਵੈਰੀ ਇੰਪੋਰਟੈਂਟ, ਠੀਕ ਹੈ। ਸੋ ਅਗਲੇ ਲੈਕਚਰ ਤੋਂ ਆਪਾਂ ਨੋਮਨਕਲੇਚਰ ਸਟਾਰਟ ਕਰਨਾ ਹੈ, ਠੀਕ ਹੈ, ਵਿਚ ਇਜ਼ ਵੈਰੀ 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 ਇੰਪੋਰਟੈਂਟ। ਫਾਈਨ। ਸੋ ਬੱਚੇ ਜਿੰਨਾ ਆਪਾਂ ਨੇ ਕਰ ਲਿਆ ਇਹ ਸਾਰੀ ਬੇਸਿਕ ਟਰਮੀਨੋਲੋਜੀ ਚੰਗੀ ਤਰ੍ਹਾਂ ਰਿਵਾਈਜ਼ ਕਰ ਲਿਓ ਤਾਂ ਕਿ ਨੈਕਸਟ ਟੌਪਿਕਸ ਦੇ ਵਿੱਚ ਆਪਾਂ ਨੂੰ ਕੋਈ ਪ੍ਰੋਬਲਮ ਨਾ ਆਵੇ, ਠੀਕ ਹੈ। So keep studying, keep revising and keep yourself fit and fine, bache. Thanks a lot.